ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਵਿੱਚ ਬਾਬੇ ਨਾਨਕ ਦੇ ਨਾਮ ਉੱਤੇ ਇੱਕ ਮੋਦੀਖਾਨਾ ਖੁੱਲਿਆ ਸੀ, ਜੋ ਦਵਾਈਆਂ ਦੀ ਦੁਕਾਨ ਸੀ, ਜਿਸ ਦੇ ਉੱਤੇ ਉਸ ਤੇ ਕੀਮਤ ਤੇ ਦਵਾਈਆਂ ਗਰੀਬ ਗੁਰਬਿਆਂ ਨੂੰ ਹਰ ਕਿਸੇ ਨੂੰ ਦਿੱਤੀਆਂ ਜਾ ਰਹੀਆਂ ਸਨ। ਜਿਸ ਕੀਮਤ ਦੇ ਉੱਤੇ ਫੈਕਟਰੀ ਦੇ ਵਿੱਚ ਦਵਾਈ ਤਿਆਰ ਹੁੰਦੀ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਆਇਆ ਸੀ। ਪਰ ਕਈ ਵਿਵਾਦਾਂ ਦੇ ਕਰਕੇ ਹੁਣ ਇਹ ਦਵਾਖਾਨਾ ਬੰਦ ਹੋ ਗਿਆ ਹੈ। ਪਰ ਅਗਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਬੰਗਲਾ ਸਾਹਿਬ ਵਿਖੇ ਅਜਿਹਾ ਹੀ ਦਵਾਖਾਨਾ ਖੋਲ੍ਹਿਆ ਗਿਆ ਹੈ। ਬੇਸ਼ੱਕ ਇਸ ਦਾ ਨਾਮ ਮੋਦੀਖਾਨਾ ਨਹੀਂ ਹੈ, ਪਰ ਬਿਲਕੁਲ ਉਸੇ ਦੀ ਤਰਜ਼ ਉੱਤੇ ਇਹ ਦਵਾਖਾਨਾ DSGMC ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਖੁੱਲ੍ਹਣ ਤੋਂ ਬਾਅਦ ਹੁਣ ਦਿੱਲੀ ਦੀ ਆਵਾਮ ਨੂੰ ਬਹੁਤ ਸੁੱਖ ਮਿਲਿਆ, ਕਿਉਂਕਿ ਇੱਥੇ ਵੱਡੀ ਤੋਂ ਵੱਡੀ ਬਿਮਾਰੀ ਤੋਂ ਲੈ ਕੇ ਛੋਟੀ ਤੋਂ ਛੋਟੀ ਬਿਮਾਰੀ ਤੱਕ ਦੀਆਂ ਦਵਾਈਆਂ ਫੈਕਟਰੀ ਰੇਟਸ ਦੇ ਉੱਤੇ ਸੰਗਤ ਨੂੰ ਅਵੇਲੇਬਲ ਹੋਣਗੀਆਂ। ਆਖਿਰ ਕੀ ਕਹਿ ਰਹੇ ਨੇ DSGMC ਪ੍ਰਧਾਨ ਭਾਈ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਿੱਖ ਚਿੰਤਕ ਅਤੇ ਪਹੁੰਚੇ ਲੋਕ, ਆਓ ਮਾਰਦੇ ਹਾਂ ਨਜ਼ਰ। चंगा लगता है तारा आ रही गाड़ी बोलना जी वाहिगुरू एक ओंकार वाहिगुरू जी की फतेह। श्री भगवती सहारे पातशाही दसवीं प्रथम भगवती सिमर कै गुरु नानक लई ध्याए तरंगत गुर के अमरदास रामदास हम सहारे। अर्जन हर गोबिंद नो सिमरो श्री हर राय श्री हर कृष्ण ध्याइए जिस डिठे सुख जाए। तेग बहादुर सिमरे घर नौ निधावे ताए सब थाई होए सहाय। दसवां पातशाह साहिब श्री गुरु गोबिंद सिंह साहिब जी सब थाई होए सहाय। दसां पातशाहियां दी जोड़ श्री गुरु ग्रंथ साहिब जी दे पाठ दीदार दा ध्यान धर के बोलो जी ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਪਿਆਰੇ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾ ਸੰਗ ਨਿਭਾਇਆ। ਤਿਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ वाहिगुरु वाहिगुरु। चितावे चितावन का सदका सर्व सुख हो गया। जहाँ जहाँ खालसा जी साहिब तहाँ तहाँ रछिया रियाए। देग तेग फतेह बिरद की पैज पंथ की जीत। श्री साहिब जी सहाय खालसे जी के बोल बाले बोलो जी सिखानो सिखी दान केस दान रहत दान विवेक दान विसाह दान भरोसा दान दाना सिर दान नाम दान। श्री ਅੰਮ੍ਰਿਤਸਰ जी के स्नान चौकियाँ झंडे बुंगे जुगो जुग अटल धर्म का जयकार बोलो जी सिखां दा मन नीवा मत उच्ची मत दा राखा आप वाहिगुरू। हे अकाल पुरख अपने पंथ दे सदा सहाई दातार जीओ। श्री ननकाना साहिब ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਦਾਤਾ। ਆਪ ਜੀ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਗੁਰਪੁਰਬ ਮਨਾਉਂਦੇ ਆ ਮਨੁੱਖਤਾ ਮਾਨਵਤਾ ਦੀ ਸੇਵਾ ਦੇ ਵਾਸਤੇ ਦਾਤਾਰ ਪਿਤਾ ਜੀ ਉਤਮ ਉਪਰਾਲਾ ਬਖਸ਼ਿਆ। ਦਵਾਖਾਨੇ ਦੇ ਨਾਮ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪ ਜੀ ਦੇ ਦਰ ਤੇ ਗੁਰਦੁਆਰਾ ਬੰਗਲਾ ਸਾਹਿਬ ਜੋ ਅੱਜ ਦਵਾਖਾਨਾ ਆਰੰਭ ਹੋ ਰਿਹਾ ਹੈ ਦਾਤਾਰ ਪਿਤਾ ਜੀ
ਇਸ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਸਤਿਗੁਰੂ ਮਿਹਰ ਕਰਨੀ, ਇਹ ਦਵਾਖਾਨਾ ਖੋਲ੍ਹਣ ਦੀ ਆਗਿਆ ਦਿਓ। ਬਾਲਾ ਪ੍ਰੀਤਮ ਦਵਾਖਾਨੇ ਤੋਂ ਦਾਤਾਰ ਪਿਤਾ ਜੀ, ਜੋ ਆਪ ਜੀ ਦੀ ਬਖਸ਼ਿਸ਼ ਦੇ ਨਾਲ ਦਾਤਾ ਜੀ ਲੋੜਵੰਦ ਪਰਿਵਾਰ ਦਵਾਈ ਲੈਣ। ਸੱਚੇ ਪਾਤਸ਼ਾਹ ਆਪਣੀਆਂ ਰਹਿਮਤਾਂ ਵਰਤਾਉਣੀਆਂ, ਸੇਵਕਾਂ ਨੂੰ ਤੰਦਰੁਸਤੀ ਸਿਹਤਯਾਬੀ ਬਖਸ਼ਣੀ। ਦਾਤਾ ਜੀ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਪਰਿਵਾਰਾਂ ਨੇ ਸੇਵਾ ਕੀਤੀ ਹੈ, ਸੇਵਾਦਾਰ ਪ੍ਰਵਾਨ ਕਰੇ। ਸੇਵਕਾਂ ਦੇ ਦਸਵੰਧ ਵਿੱਚ ਵਾਧੇ ਬਖਸ਼ਣੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਬਖਸ਼ਿਸ਼ ਕਰਨਾ। ਸੇਵਕਾਂ ਪਾਸੋਂ ਆਪਣੇ ਧਰਮ ਦੀ, ਪੰਥ, ਦੇਸ਼, ਕੌਮ ਦੀ ਸੇਵਾ ਆਪ ਲੈਣੀ। ਸੇਵਾ ਚੜ੍ਹਦੀ ਕਲਾ ਵਿੱਚ ਕਰਨ ਦੀ ਬਲ ਸ਼ਕਤੀ ਪ੍ਰਦਾਨ ਕਰਨਾ। ਕਰੋਨੇ ਦੀ ਇਸ ਮਹਾਮਾਰੀ ਵਿੱਚ ਪਰਿਵਾਰਾਂ ਦੀ, ਸੰਸਾਰ ਦੀ ਰੱਖਿਆ ਆਪ ਕਰਨੀ। ਸਰਬੱਤ ਦਾ ਭਲਾ ਕਰਨਾ, ਸਟਾਫ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਵਾਂ ਸਤਿਗੁਰੂ ਸੇਵਕਾਂ ਪਾਸੋਂ ਆਪ ਲੈਣੀਆਂ। ਸਰਬੱਤ ਦਾ ਭਲਾ ਕਰਨਾ, ਸਹੀ ਪਿਆਰੇ ਮਿਲਣੇ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਤੁਸੀਂ ਹਾਲਾਂਕਿ ਵੇਖ ਰਹੇ ਹੋ, ਜਿਹੜਾ ਕਿ ਤੁਸੀਂ ਬਕਾਇਦਾ ਪਿੱਛੇ ਵੇਖ ਸਕਦੇ ਹੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਦਵਾਖਾਨਾ ਜਿਹੜਾ ਕਿ ਹੈ ਅੱਜ ਸੰਗਤ ਨੂੰ ਇੱਕ ਦੇ ਦਿੱਤਾ ਗਿਆ, ਜੋ ਕਿ ਸੰਗਤ ਦੀ ਸਹੂਲਤਾਂ ਵਾਸਤੇ ਇੱਥੇ ਕਈ ਪ੍ਰਕਾਰ ਦੀ ਜਿਹੜੀ ਦਵਾਈਆਂ ਨੇ, ਜਿਹੜੇ ਬਾਹਰ ਹਾਲਾਂਕਿ ਕਾਫੀ ਮਹਿੰਗੇ ਰੇਟ ਤੇ ਮਿਲਦੀਆਂ ਨੇ, ਪਰ ਇੱਥੇ ਜਿਹੜਾ ਕਿ ਹੈ ਉਹ ਸਸਤੇ ਰੇਟ ਤੇ ਦਿਵਾਉਣ ਦੀ ਜਿਹੜੀ ਕਿ ਇਹ ਮੁਹਿੰਮ ਹੈ ਜਿਹੜੀ ਇਹ ਚਾਲੂ ਕੀਤੀ ਜਾ ਰਹੀ ਹੈ। ਔਰ ਹੁਣੇ ਤੁਸੀਂ ਪਹਿਲਾਂ ਵੇਖਿਆ ਕਿ ਅਰਦਾਸ ਦੇ ਨਾਲ ਇਹਦਾ ਕੰਮ ਚਾਲੂ ਕੀਤਾ ਗਿਆ। ਔਰ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਗੱਲਬਾਤ ਕਰਨ ਵਾਸਤੇ, ਜੋ ਕਿ ਸੌਰੀ नहीं हाँ करो वहाँ करते हैं सामने अंदर दुकान के अंदर कुछ तो दिखे ये पिछो आ जाएगा वैसे, वो किधर अगेंस्ट द लाइट हो रहा है। ਤੁਸੀਂ ਵੇਖ ਸਕਦੇ ਹੋ ਸੰਗਤ ਜੀ ਜਿਸ ਤਰੀਕੇ ਨਾਲ, ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਰਦਾਰ ਮਨਜਿੰਦਰ ਸਿੰਘ ਸਿਰਸਾ, ਸਰਦਾਰ ਹਰਮੀਤ ਸਿੰਘ ਜੀ ਕਾਲਕਾ ਇੱਥੇ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ। ਕੁਝ ਦਵਾਈਆਂ ਦਿਖਾ ਰਹੇ ਹੋ ਤੁਸੀਂ? बस इतने आ रही है पता की ਕੁਝ ਦਵਾਈਆਂ ਦਿਖਾ अंदर घर पर जाना ना, अंदर तो गल नहीं बनी पाती। इस समय हम दिल्ली में मौजूद है और यहाँ पर गुरुद्वारा बंगला ओहो एक मिनट यार, मैं थोड़ा अंदर आइंदा मैंने पकड़ा दिया, पकड़ा दे जसमीत, पकड़ा दे भाजी। पकड़ा दे दे दो यार, देखें ये पंजाबी वाले आपको कर लेंगे आराम से, आपको देंगे आराम से, पंजाबी वालों कर लेंगे। आओ सही, पहले पंजाबी आ जाओ। महाराज जी बाबा जी आओ 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 आओ, इंतजार हो रहा है। आओ ना चल करो यार, चलो आओ जस्सी, एक आता जाके लगा एक 2 मिनट रुक जाओ, अंदर कुछ नहीं है, दवाई उधर है, दवाई उधर मिलनी जो दवाई लेनी। इधर आ जाओ भाजी, थोड़ा यार स्पेस दो यार, एक थोड़ा यार, एक हाँ आ जाए तो कर लेना, ऑडियो देख एक्सपोजर दे ले यार, पकड़ा आज ਅੱਜ ਇੱਕ ਬਹੁਤ ਹੀ ਪਵਿੱਤਰ ਦਿਹਾੜੇ ਤੇ ਜਦੋਂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਹੀ ਆ। ਉਸੇ ਦਿਨ ਅੱਜ ਵਿਸ਼ੇਸ਼ ਤੌਰ ਤੇ ਇਹ ਦਵਾਖਾਨਾ ਜੋ ਕਿ ਦਿੱਲੀ ਦੇ ਅੰਦਰ ਬਿਨਾਂ ਕਿਸੇ ਵੀ ਪ੍ਰੋਫਿਟ ਤੋਂ ਸਭ ਤੋਂ ਸਸਤਾ ਪੂਰੀ ਦਿੱਲੀ ਦੇ ਅੰਦਰ ਜੋ ਫੈਕਟਰੀ ਪ੍ਰਾਈਸ ਦੇ ਉੱਤੇ ਦਵਾਈਆਂ ਨੇ, ਜਿਹਦੇ ਅੰਦਰ ਕਈ ਦਵਾਈਆਂ 30% ਤੋਂ ਲੈ ਕੇ ਤੇ 70 ਔਰ 80% ਤੱਕ ਵੀ ਸਸਤੀਆਂ ਨੇ। ਇਹ ਬਾਲਾ ਪ੍ਰੀਤਮ ਦਵਾਖਾਨਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਇਸ ਪਵਿੱਤਰ ਦਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖੋਲ੍ਹਿਆ ਗਿਆ। ਇਹ ਪਹਿਲਾ ਸਾਡਾ ਇਨੀਸ਼ੀਏਟਿਵ ਆ ਦਵਾਖਾਨੇ ਅੰਦਰ, ਮੈਡੀਸਿਨ ਸ਼ਾਪ ਅੰਦਰ, ਫਾਰਮੇਸੀ ਅੰਦਰ। ਆਉਣ ਵਾਲੇ ਦਿਨਾਂ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੇ ਅਲੱਗ-ਅਲੱਗ ਕੋਨਿਆਂ ਦੇ ਅੰਦਰ ਇਸ ਮੁਹਿੰਮ ਨੂੰ ਪਹੁੰਚਾਊਗੀ। ਸਾਡਾ ਮਕਸਦ ਇਹ ਆ ਜ਼ਰੂਰਤਮੰਦ ਲੋਕਾਂ ਤੱਕ, ਲੋੜਵੰਦ ਲੋਕਾਂ ਤੱਕ ਜਦੋਂ ਬਿਮਾਰੀ ਕਿਸੇ ਤੇ ਆਉਂਦੀ ਆ ਔਰ ਉਸ ਵੇਲੇ ਜਦੋਂ ਉਹਨੂੰ 10-10 ਗੁਣਾ ਮਹਿੰਗੀ ਦਵਾਈ ਲੈਣੀ ਪੈਂਦੀ ਆ, ਤੁਸੀਂ ਸਮਝ ਸਕਦੇ ਜੋ ਉਹਦਾ ਕੀ ਅਸਰ ਹੁੰਦਾ ਹੋਊਗਾ। ਔਰ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੂੰ 6-6 ਮਹੀਨੇ ਦੀ 8-8, ਕਿਸੇ ਨੂੰ ਲੰਗਸ ਦੀ ਪ੍ਰੋਬਲਮ ਆ, ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ। ਇਹ ਪਰਮਾਨੈਂਟ ਪ੍ਰੋਬਲਮ ਆ ਜਿਨ੍ਹਾਂ ਦੇ ਸਦਕੇ ਕਿਸੇ ਦੀ 20,000 ਦੀ 25,000 ਦੀ ਦਵਾਈ ਮਹੀਨੇ ਦੀ ਬਣਦੀ ਆ। ਜਦੋਂ ਉਹਨੂੰ ਉਹੀ ਦਵਾਈ 4,000 5,000 'ਚ ਮਿਲੂਗੀ ਤੇ ਬਹੁਤ ਵੱਡਾ ਲਾਭਦਾਇਕ ਇੱਕ ਉਪਰਾਲਾ ਹੋਊਗਾ ਜੋ ਗੁਰੂ ਸਾਹਿਬ ਨੇ ਆਪ ਆਪਣੇ ਸੇਵਕਾਂ ਤੋਂ ਸੇਵਾ ਲਈ ਆ। ਸਾਨੂੰ ਉਮੀਦ ਆ ਜਿੱਥੇ ਇਹ ਬੜੀ ਚੜ੍ਹਦੀ ਕਲਾ ਦੇ ਅੰਦਰ ਸੇਵਾ ਰੋ, ਇਸੇ ਤਰੀਕੇ ਪੂਰੀ ਦਿੱਲੀ ਦੇ ਅੰਦਰ ਜਲਦੀ ਹੀ ਇਸ ਉਪਰਾਲੇ ਨੂੰ ਘਰ ਦਿੱਲੀ ਦੇ ਅਲੱਗ-ਅਲੱਗ ਕੋਨਿਆਂ 'ਚ ਪਹੁੰਚਾਇਆ ਜਾਏਗਾ। ਦਵਾਈਆਂ ਦੇਣ ਵਾਸਤੇ ਫਾਰਮਾਸਿਸਟ ਦੀ ਵੀ ਲੋੜ ਪਏਗੀ, ਫਾਰਮਾਸਿਸਟ ਵੀ ਅਪਾਇੰਟ ਕੀਤੇ ਗਏ ਆ ਕਮੇਟੀ ਵੱਲੋਂ। ਦਵਾਈਆਂ ਦੇਣ ਵਾਸਤੇ ਫਾਰਮਾਸਿਸਟ ਦੀ ਲੋੜ ਨਹੀਂ ਹੁੰਦੀ, ਦਵਾਈ ਦੀ ਖੋਲ੍ਹਣ ਵਾਸਤੇ ਵੀ ਫਾਰਮਾਸਿਸਟ ਦੀ ਲੋੜ ਹੁੰਦੀ ਆ। ਬਿਨਾਂ ਫਾਰਮਾਸਿਸਟ ਦੇ ਆਪਾਂ ਦਵਾਈ ਨਾ ਦੇ ਸਕਦੇ ਆ ਤੇ ਨਾ ਲਾਇਸੈਂਸ ਲੈ ਸਕਦੇ ਆ। ਸੋ ਸਾਡੇ ਪ੍ਰੋਪਰ ਜੋ ਗਵਰਨਮੈਂਟ ਦੀ ਰਿਕਮੈਂਡ ਜੋ ਨਾਰਮਸ ਨੇ ਉਸ ਨਾਰਮਸ ਨੂੰ ਫੋਲੋ ਕਰਦੇ ਹੋਏ ਸਾਰਾ ਉਸੇ ਤਰੀਕੇ ਸਟਾਫ ਅਪਾਇੰਟ ਕੀਤਾ ਗਿਆ। ਸਿਰਸਾ ਸਾਹਿਬ, ਇਸ ਤੋਂ ਪਹਿਲਾਂ ਵੀ ਕਾਫੀ ਡਿਸਪੈਂਸਰੀਆਂ ਖੁੱਲ ਚੁੱਕੀਆਂ ਨੇ, ਛੋਟੇ ਲੈਵਲ ਤੇ ਵੀ ਗੁਰਦੁਆਰੇ ਦੇ ਵਿੱਚ ਖੁੱਲਦੀਆਂ, ਪਰ ਲੰਬੇ ਤੌਰ ਤੇ ਨਹੀਂ ਚੱਲ ਪਾਉਂਦੀਆਂ। ਸਾਡੀ ਕੋਈ ਵੀ ਡਿਸਪੈਂਸਰੀ ਜਿਹੜੀ ਐਸੀ ਨਹੀਂ ਜਿਹੜੀ ਲੰਬੇ ਤੌਰ ਤੇ ਨਾ ਚੱਲ ਰਹੀ ਹੋਵੇ। 20-25 ਸਾਲ ਤੋਂ ਚੱਲ ਰਹੀਆਂ ਨੇ, ਪਰ ਉਹ ਡਿਸਪੈਂਸਰੀਜ਼ ਨੇ। ਉਹਨਾਂ ਦੇ ਔਰ ਇਸ ਕਨਸੈਪਟ 'ਚ ਬੜਾ ਫਰਕ ਆ। ਉੱਥੇ ਕੇਵਲ ਉਹ ਦਵਾਈ ਮਿਲਦੀ ਸੀ ਜਿਹੜੀ ਡਾਕਟਰ ਉੱਥੋਂ ਦੇ ਡਾਕਟਰ ਦਿੰਦੇ ਸੀਗੇ। ਇਹ ਪ੍ਰੋਪਰ ਇੱਕ ਫਾਰਮੇਸੀ ਆ ਜਿਹਦੇ ਅੰਦਰ ਹਰ ਪ੍ਰਕਾਰ ਦੀ ਦਵਾਈ ਆ, ਚਾਹੇ ਉਹ ਆਪਰੇਸ਼ਨਲ ਹੋਵੇ, ਚਾਹੇ ਉਹ ਸਰਜੀਕਲ ਹੋਵੇ, ਚਾਹੇ ਉਹ ਡਾਇਬਟਿਕ ਤੋਂ ਹੋਵੇ, ਚਾਹੇ ਹਾਰਟ ਦੀ ਹੋਵੇ ਜਾਂ ਲੰਗਸ ਦੀ ਹੋਵੇ, ਕੈਂਸਰ ਦੀ ਹੋਵੇ। ਹਰ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਇੱਥੇ ਉਪਲਬਧ ਨੇ। ਸੰਗਤ ਜੀ, ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ, ਹਾਲਾਂਕਿ ਸਿਰਸਾ ਸਾਹਿਬ ਨੇ ਗੱਲਬਾਤ ਦੱਸੀ ਆਪਣੀ ਕਿ ਜਿਹੜੀਆਂ ਨੇ ਉਹ ਸਾਰੀਆਂ ਇੱਥੇ ਦਿੱਤੀਆਂ ਜਾਣਗੀਆਂ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਾਂਗੇ ਤੁਹਾਡੀ ਜਨਰਲ ਸੈਕਟਰੀ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਾਲਕਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜੋ ਕਿ ਬਾਲਾ ਪ੍ਰੀਤਮ ਦਵਾਖਾਨਾ? ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰਾਂਗਾ ਕਿ ਇਹ ਜਿਹੜਾ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਗਿਆ, ਇਹ ਲੋਕਾਂ ਦੀ ਲੋੜ ਵਸੇ ਔਰ ਲੋਕਾਂ ਦੀ ਡਿਮਾਂਡ ਦੇ ਉੱਤੇ ਖੋਲ੍ਹਿਆ ਗਿਆ। ਕਿਉਂਕਿ ਜਿਸ ਕਿਸਮ ਦੇ ਨਾਲ ਇਸ ਮਹਿੰਗਾਈ ਦੇ ਦੌਰ ਦੇ ਉੱਤੇ ਜਿੱਥੇ ਬਿਮਾਰੀ ਵੱਧ ਰਹੀ ਹੈ, ਰਾਸ਼ਨ ਦੇ ਨਾਲ ਨਾਲ ਇੱਕ ਅਲੱਗ ਬਜਟ ਬਣਾਉਣਾ ਪੈਂਦਾ ਦਵਾਈਆਂ ਦਾ। ਉਹਦੇ ਵਾਸਤੇ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਦਵਾਖਾਨਾ ਇੱਥੇ ਖੋਲ੍ਹਿਆ ਗਿਆ ਤਾਂ ਕਿ ਲੋਕਾਂ ਨੂੰ ਸਸਤੇ ਰੇਟਾਂ ਦੇ ਉੱਤੇ ਦਵਾਈਆਂ ਦਿੱਤੀਆਂ ਜਾਣ, ਜਿਹਦੇ ਵਿੱਚ ਮੈਡੀਸਿਨਸ ਉਹਨਾਂ ਨੂੰ 20 ਤੋਂ 25% ਸਸਤੀਆਂ ਮਿਲਣਗੀਆਂ ਆਮ ਮੈਡੀਕਲ ਸਟੋਰਸ ਤੋਂ। ਔਰ ਜਿਹੜੀਆਂ ਜੈਨਰਿਕ ਮੈਡੀਸਿਨਸ ਹੈਗੀਆਂ ਨੇ ਉਹ ਘੱਟ ਤੋਂ ਘੱਟ 150-200% ਸਸਤੀਆਂ ਮਿਲਣਗੀਆਂ। ਮੈਂ ਸਮਝਦਾ ਕਿ ਅੱਜ ਦੀ ਸਮੇਂ ਦੀ ਰਿਕੁਆਇਰਮੈਂਟ ਸੀ ਔਰ ਇਹਨੂੰ ਦੇਖਦੇ ਹੋਏ ਇਸ ਸਥਾਨ ਤੇ ਖੋਲ੍ਹਿਆ ਗਿਆ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੋਕ ਅਰਦਾਸਾਂ ਕਰਨ ਆਉਂਦੇ ਨੇ ਆਪਣਾ ਰੋਗ ਦੂਰ ਕਰਨ ਵਾਸਤੇ। ਉੱਥੇ ਦਵਾਈਆਂ ਦਿੱਤੀਆਂ ਜਾਣਗੀਆਂ। ਮੈਂ ਸਮਝਦਾ ਹਾਂ ਕਿ ਜਿੱਥੇ ਦਵਾ ਔਰ ਦੁਆ ਦੋਨੋਂ ਕੰਮ ਆਏਗੀ। ਇਹ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ, ਜਿਹੜੇ ਵੀ ਇੱਥੋਂ ਲੋਕ ਇੱਥੋਂ ਦਵਾਈਆਂ ਲੈ ਕੇ ਜਾਣ ਉਹਨਾਂ ਦੀ ਰੋਗ ਦੂਰ ਹੋਵੇ। ਔਰ ਗੱਲ ਤੇ ਮੈਂ ਕਿਉਂਕਿ ਮੈਡੀਕਲ ਦੀ ਹੈ, ਲੋਕਾਂ ਨੂੰ ਆਉਣਾ ਜ਼ਿਆਦਾ ਅਸੀਂ ਨਹੀਂ ਕਹਿੰਦੇ, ਬਟ ਜਿੰਨੇ ਵੱਧ ਤੋਂ ਵੱਧ ਲੋਕ ਇੱਥੇ ਆਣਗੇ ਅਸੀਂ ਸਾਰਿਆਂ ਦੀ ਰਿਕੁਆਇਰਮੈਂਟਸ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਲੇ ਸਟਾਰਟ ਇੱਥੋਂ ਕੀਤੀ ਹੈ, ਬਟ ਸਾਡੀ ਪਲੈਨਿੰਗ ਹੈ ਕਿ ਜਿਹੜੀਆਂ ਸਾਡੀਆਂ ਡਿਸਪੈਂਸਰੀ ਹੈਗੀਆਂ ਨੇ ਰਮੇਸ਼ ਨਗਰ, ਹਰਗੋਬਿੰਦ ਇਨਕਲੇਵ, ਹਰੀ ਨਗਰ, ਜਿੱਥੇ ਜਿੱਥੇ ਵੀ ਨਾਨਕ ਪਿਆਊ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਜਿੱਥੇ ਵੀ ਸਾਡੀਆਂ ਡਿਸਪੈਂਸਰੀਜ਼ ਹੈ ਨੇ, ਅਸੀਂ ਉੱਥੇ ਦੀਆਂ ਪਰਮਿਸ਼ਨਸ ਲੈ ਕੇ ਬਾਕਾਇਦਾ ਤਰੀਕੇ ਦੇ ਨਾਲ ਉੱਥੇ ਦੁਬਾਰਾ ਸ਼ੁਰੂ ਕਰਾਂਗੇ। ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜਿਸ ਤਰੀਕੇ ਨਾਲ ਇੱਥੇ ਸਾਰੀ ਜਿਹੜੀ ਕਿ ਦਵਾਈਆਂ ਹੈਗੀਆਂ ਨੇ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਦਿਖਾਉਣ ਦੀ। ਇੱਥੇ ਸਾਰੀ ਦਵਾਈਆਂ ਵੀ ਰੱਖੀਆਂ ਹੋਈਆਂ ਨੇ।
आगे हो जाओ, आगे हो जाओ। और ये भी हमारे एक ऐसा इनिशिएटिव है जो सबसे कामयाब इनिशिएटिव कंचन आगे बेटा। हालांकि इतने मीडिया और ਜਿਹੜਾ ਕਿ ਹੈ सेफ्टी के लिए नहीं नहीं आया हुआ ਹਾਲਾਂਕਿ ਸੰਗਤ ਜੀ ਤੁਹਾਨੂੰ ਇੱਕ ਪ੍ਰਿਸਕ੍ਰਿਪਸ਼ਨ ਜਿਹੜੀ ਕਿ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ ਜਿਹੜਾ ਕਿ ਇੱਕ ਪ੍ਰਿਸਕ੍ਰਿਪਸ਼ਨ ਹੈ ਉਸ ਨੂੰ ਆਪਾਂ ਦੇਖ ਸਕਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ पूरा डब्बा चाहिए आंटी हाले जो स्टार्टिंग की ना नेक्स्ट टाइम तो पूरा मिल जाएगा ਤੁਸੀਂ ਜਿੰਨੀ ਤੁਸੀਂ ਮੰਗੋਗੇ ਦੇਖ ਸਕਦੇ ਹੋ आप थोड़ा ਜਿਹਾ ਇਸ ਵਾਸਤੇ ਦੱਸ ਸਕਦੇ ਹੋ ਕਿ ਕਿੰਨਾ ਬਿੱਲ ਬਣ ਰਿਹਾ ਔਰ ਕਿੰਨਾ ਇਹਦਾ ਅਮਾਉਂਟ ਬਣ ਰਿਹਾ ਔਰ ਕਿੰਨਾ ਡਿਸਕਾਊਂਟ ਜਾ ਰਿਹਾ पैकिंग देखिए आएगा ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜੀ ਇੱਕ ਬਿੱਲ ਜਿਹੜਾ ਕਿ ਹੈ ਇਹ ਬਣ ਰਿਹਾ ਇਧਰ ਤੇ ਵੀਰ ਜੀ ਮੈਂ ਇੱਕ ਚਾਹਾਂਗਾ ਕਿ ਇੱਕ ਬਿੱਲ ਦੀ ਤੁਸੀਂ ਦੱਸ ਸਕਦੇ ਹੋ ਕਿ एक मिनट सर मास्टर कोड ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇਹ ਸਾਰਾ ਸਿਸਟਮ ਦੇ ਵਿੱਚ ਇਹ ਸਾਰੀ ਮੈਡੀਸਿਨਸ ਜਿਹੜੀ ਹੈ ਕਿ ਨੋਟ ਹੈਗੀਆਂ ਨੇ ਔਰ ਇੱਕ ਬਿੱਲ ਦੀ ਆਪਾਂ ਤੁਹਾਨੂੰ ਕਾਪੀ ਦਿਖਾਉਣ ਜਾ ਰਹੇ ਹਾਂ ਕਿ ਇੱਕ ਬਿੱਲ ਦੇ ਵਿੱਚ ਕਿੰਨਾ ਕੁ ਪਰਸੈਂਟ ਕਿੰਨਾ ਕੁ ਮਾਰਜਨ ਹੈਗਾ ਕਿੰਨਾ ਬਿੱਲ ਬਣਦਾ ਔਰ ਅਸਲ ਦੇ ਵਿੱਚ ਉਹਦਾ ਕੀ ਰੇਟ ਪਏਗਾ मास के लिए 40 पास 40 दो बनते और की है जिगली मैम 2 माता ना भी माना मिलते हैं नाम नाम ज्योति ਇਹ ਆਲਰੇਡੀ ਡਿਸਕਾਊਂਟ ਚੱਲ ਰਹੀ ਹੈ ਜਾਂ ਇਸ ਤੋਂ ਬਾਅਦ ਤੁਸੀਂ ਡਿਸਕਾਊਂਟ हाँ जी ऑलरेडी डिस्काउंटेड सीट हैगी ਅੱਛਾ सर डिस्काउंट पा के ही सारा कुछ है ਇਹਦੇ ਸਾਰਾ ਡਿਸਕਾਊਂਟ ਪਾ ਕੇ ਹੀ ਅੱਛਾ ਪਹਿਲਾਂ ਤੁਸੀਂ ਡਿਸਕਾਊਂਟ ਜੋ ਪਰਚੇਜ਼ ਰੇਟ ਹੈ ਉਹਦੇ ਤੇ ਹੀ ਅਸੀਂ ਦੇ ਰਹੇ ਠੀਕ ਹੈ ਹਾਂ ਐਮਆਰਪੀ ਨਹੀਂ ਲੈ ਰਹੇ ਸਾਡੇ ਨਾਲ ਇਸ ਵੇਲੇ ਜਿਹੜਾ ਕਿ ਸਾਡੇ ਨਾਲ ਇਸ ਵੇਲੇ ਧਰਮ ਪ੍ਰਚਾਰ ਕਮੇਟੀ ਤੋਂ ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ ਜੁੜ ਰਹੇ ਨੇ ਗੋਲਡੀ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਵਕਤ ਖਾਸ ਮੌਕੇ ਦੇ ਉੱਤੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੋਰ ਮੁਕਾਮ ਹਾਸਲ ਕਰਨ ਜਾ ਰਹੀ ਹੈ। ਖਾਸ ਕਰ ਦਵਾਈਆਂ ਇਹੋ ਜਿਹੀ ਚੀਜ਼ ਨੇ ਜਿਹੜੀਆਂ ਕਿ ਬੱਚੇ ਤੋਂ ਲੈ ਕੇ ਬੁੜੇ ਤੱਕ ਨੂੰ ਲੋੜ ਪੈਂਦੀਆਂ ਨੇ। ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਬਹੁਤ ਸੋਹਣਾ ਉਪਰਾਲਾ ਹੈ ਤੇ ਲੋੜ ਵੀ ਸੀ ਸਾਨੂੰ, ਕਿਉਂਕਿ ਰੀਜ਼ਨ ਹੈਗਾ ਕਿ ਜਿਹੜੀ ਦਵਾਈਆਂ ਤੁਸੀਂ ਦੇਖ ਰਹੇ ਹੋ ਕਿ 110 ਰੁਪਏ ਦੀ MRP ਹੈ, 10 ਰੁਪਏ ਦੀ ਉਹਦੀ ਸੇਲ ਕਰ ਰਹੇ ਆ। ਜਿਹੜੇ ਵਿਚਾਰਿਆਂ ਦੇ ਪੈਸੇ ਨਹੀਂ ਕਰਕੇ, ਕਈ ਵਿਚਾਰੇ ਦਵਾਈਆਂ ਕਰਕੇ ਮੌਤ ਹੋ ਜਾਂਦੀ, ਕਈਆਂ ਦੀ ਦਵਾਈ ਨਾ ਮਿਲ ਕਰਕੇ ਤੇ ਪੈਸੇ ਨਾ ਖਰਚ ਕਰਕੇ। ਉਹਨੇ ਕਿਰਪਾ ਸਦਕੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਦਿੱਤੀ ਨੇ, ਸਥਾਨ ਸਭ ਕੁਝ ਹੈ ਤੇ ਦਿੱਲੀ ਕਮੇਟੀ ਦਾ ਇਸ ਤਰ੍ਹਾਂ ਉਪਰਾਲਾ, ਦਿੱਲੀ ਦੇ ਹਰ ਅਲੱਗ ਜ਼ੋਨਾਂ 'ਚ ਪ੍ਰੋਗਰਾਮ ਖੋਲ੍ਹੇ ਜਾਣਗੇ। ਸੈਂਟਰ ਹੈ ਦਵਾਈ ਸੈਂਟਰ, ਇਸ ਤੋਂ ਬਾਅਦ ਵੀ ਖੋਲ੍ਹੇ ਜਾਣਗੇ। ਹਾਂਜੀ ਇਹ ਸ਼ੁਰੂਆਤ ਹੋਈ ਹੈ, ਹਲੇ ਪਹਿਲਾ ਸੈਂਟਰ ਹੈ, ਇਹਦੇ ਬਾਅਦ ਜਮਨਾ ਪਾਰ ਵਿੱਚ ਚੱਲੀ ਸਭ ਜਗ੍ਹਾ ਹੋਏਗਾ। ਤੇ ਮੈਂ ਲੋੜ ਵੀ ਉਸ ਚੀਜ਼ ਦੀ, ਕਿਉਂਕਿ ਅੱਜ ਦਵਾਈ ਐਸੇ ਜੇ ਲੋੜ ਦੇ ਵਕਤ ਨਾ ਮਿਲੇ ਤੇ ਬੰਦਾ ਵਿੱਚ ਸਮਝਣਾ ਦੁਨੀਆ ਤੋਂ ਵੀ ਤੁਰ ਜਾਂਦਾ, ਬੜਾ ਪਰੇਸ਼ਾਨ ਹੁੰਦੇ ਪਰਿਵਾਰ। ਉਹਨਾਂ ਵਾਸਤੇ ਸਸਤੇ ਦਵਾਈ ਮਿਲ ਜਾਏਗੀ ਤੇ ਜਾਨ ਬਚ ਗਈ, ਇਸ ਬੰਦੇ ਸਵੇਰੇ ਕਿਹੜੀ ਰਾਤ ਮਿਲਣੀ ਹੈ। ਉਸ ਦਾ ਬਖਸ਼ੀ ਕਰਨ ਵਾਲੇ ਉਹ ਥਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸੀਸਾਂ ਹੀ ਮਿਲਣੀਆਂ ਨੇ, ਦਵਾ ਤੇ ਦਵਾ ਸਮਝੇ ਦਵਾ ਦੋਨੋਂ ਮਿਲਣਗੀਆਂ। ਅੱਗੇ ਵਾਸਤੇ ਕੁਝ ਕਹਿਣਾ ਚਾਹੋਗੇ? ਅੱਗੇ ਅਸੀਂ ਕਹਾਂਗੇ ਕਿ ਅਸੀਂ ਇਹੋ ਜਿਹੀ ਚੀਜ਼ ਦਾ ਹੋਰ ਵਧਾਈਏ, ਕਿਉਂਕਿ ਸਾਨੂੰ ਲੋੜ ਹੈ ਐਸੀ, ਜਿੱਥੇ ਅਸੀਂ ਇਹ ਖੋਲ੍ਹੇ ਨੇ। ਆਉਣ ਵਾਲੇ ਟਾਈਮ ਸਾਡਾ ਬਾਲਾ ਪ੍ਰੀਤਮ ਡਿਸਪੈਂਸਰੀ ਉਹ ਵੀ ਅੱਛੇ ਤੌਰ 'ਤੇ ਤਿਆਰ ਹੋਣ ਜਾ ਰਹੀ ਹੈ, ਜਿਹਦੇ 'ਚ MR ਵਗੈਰਾ ਸਭ ਕੁਝ ਉਹਦੇ 'ਚ ਹੋਣਾ ਹੈ, ਤਾਂ ਕਿ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਵੱਧ ਤੋਂ ਵੱਧ ਬੈਨੀਫਿਟ ਮਿਲ ਸਕੇ। ਔਰ ਇਸ ਮੈਸੇਜ ਨੂੰ ਅੱਗੇ ਪਹੁੰਚਾਓ ਤਾਂ ਕਿ ਜਿਹੜਾ ਲੋੜਵੰਦ ਹੋਵੇ ਉਹਦੀ ਸੇਵਾ ਦਾ ਰਾਹ ਲੈ ਸਕੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਸੰਗਤ ਜੀ, ਤੁਸੀਂ ਬਕਾਇਦਾ ਜਿਸ ਤਰੀਕੇ ਨਾਲ ਹਾਲਾਂਕਿ ਵੇਖਿਆ ਜਤਿੰਦਰਪਾਲ ਸਿੰਘ ਜੀ ਗੋਲਡੀ ਨੇ ਵੀ ਦੱਸਿਆ ਕਿ ਦਵਾ ਤੇ ਦੁਆ ਦੋਨੋਂ ਚੀਜ਼ਾਂ ਦੀ ਲੋੜ ਹੈ। ਤੁਸੀਂ ਮੇਰੇ ਪਿੱਛੇ ਵੀ ਵੇਖ ਸਕਦੇ ਹੋ ਕਿ ਹਿਮਾਲਿਆ ਦੀ ਕੁਝ ਮੈਡੀਸਿਨਸ ਜਿਹੜੀਆਂ ਨੇ ਇੱਥੇ ਪਈਆਂ ਨੇ। ਕੁਝ ਐਲੋਪੈਥਿਕ ਮੈਡੀਸਿਨਸ ਦੀ ਮੈਂ ਅਗਰ ਗੱਲਬਾਤ ਕਰਾਂ ਤਾਂ ਐਲੋਪੈਥਿਕ ਮੈਡੀਸਿਨਸ ਜਿਹੜੀਆਂ ਨੇ ਮੈਂ ਜਿਸ ਤਰੀਕੇ ਨਾਲ ਹਾਲਾਂਕਿ ਦੇਖ ਸਕਦਾ, ਤੁਸੀਂ ਵੇਖ ਰਹੇ ਹੋ ਕਿ ਇੱਥੇ ਸਾਰਾ ਇਹ ਸਮਾਨ ਪਿਆ ਹੋਇਆ ਹੈ। ਕਾਫੀ ਕੰਪਨੀਆਂ ਦੀ ਮੈਡੀਸਿਨਸ ਜਿਹੜੀਆਂ ਨੇ ਤੁਸੀਂ ਵੇਖ ਰਹੇ ਹੋ ਇੱਥੇ। ਤੁਸੀਂ ਵੇਖ ਸਕਦੇ ਹੋ ਸੈਨੋਫੀ ਕੰਪਨੀ ਦੀ ਐਲੈਗਰਾ ਜਿਹੜੀ ਹੈ ਇਹ ਇੱਥੇ ਅਵੇਲੇਬਲ ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਕਿ ਐਬਟ ਕੰਪਨੀ ਦੀਆਂ ਮੈਡੀਸਿਨਸ ਜਿਹੜੀਆਂ ਨੇ ਕ੍ਰੀਮਾਫਿਨ ਕਰਕੇ ਕਾਫੀ ਇੱਕ ਜਿਹੜੀ ਅਗਰ ਗੱਲ ਕਰਾਂ ਤੇ ਕਾਫੀ ਦੇਖਣ ਨੂੰ ਮਿਲਦੀਆਂ ਨੇ। ਆਮ ਤੌਰ ਤੇ ਕ੍ਰੋਸਿਨ ਹੋ ਗਈਆਂ, ਕੰਬੀਫਲੇਮਸ ਹੋ ਗਈਆਂ, ਕਾਫੀ ਇਹ ਮੈਡੀਸਿਨਸ ਜਿਹੜੀਆਂ ਨੇ ਇਹ ਇੱਥੇ ਮੌਜੂਦ ਹੈਗੀਆਂ ਨੇ। ਔਰ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਕਿ ਹੈ ਇੱਥੇ ਜਿਹੜਾ ਕਿ ਹੈ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਇੱਥੇ ਆਇੰਟਮੈਂਟਸ ਦਾ ਅਲੱਗ ਇੱਕ ਰੈਕ ਬਣਿਆ ਹੋਇਆ ਹੈਗਾ। ਆਇੰਟਮੈਂਟ ਦੀ ਅਲੱਗ ਇੱਕ ਜਿਹੜੀ ਕਿ ਸਾਰਾ ਇੱਥੇ ਸਮਾਨ ਰੱਖਿਆ ਹੋਇਆ ਹੈ। ਸੰਗਤ ਜੀ, ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉਪਰਾਲਾ ਇਹੋ ਜਿਹਾ ਉਪਰਾਲਾ ਹੈਗਾ ਕਿ ਜਿਹੜਾ ਕਿ ਅਗਰ ਮੈਂ ਗੱਲਬਾਤ ਕਰਾਂ ਤਾਂ ਬਹੁਤ ਹੀ ਤੁਸੀਂ ਵੇਖ ਸਕਦੇ ਹੋ ਕਿ ਮੈਂ ਤੁਹਾਨੂੰ ਇਸ ਪਾਸੇ ਅਗਰ ਥੋੜ੍ਹਾ ਜਿਹਾ ਦਿਖਾਉਣਾ ਚਾਹਾਂ, ਸਿਪਲਾ, ਕੈਡੀਲਾ, ਫੋਰਟਸ, ਫ੍ਰੈਂਕੋ ਇੰਡੀਅਨ, FDC, ਕਾਫੀ ਕੰਪਨੀਆਂ ਦੀ ਇੱਥੇ ਦਵਾਈਆਂ ਜਿਹੜੀ ਹਾਲਾਂਕਿ ਕੰਪਨੀਆਂ ਦੀ ਦਵਾਈਆਂ ਸੰਗਤ ਜੀ ਇੱਥੇ ਕਲੀਅਰ ਮੈਂ ਗੱਲ ਕਰ ਦੇਵਾਂ, ਕੰਪਨੀ ਦੀ ਦਵਾਈਆਂ ਜਿਹੜੀਆਂ ਕਿ ਨੇ ਡਾਕਟਰ ਰੈਡੀ ਔਰ ਕਾਫੀ ਦਵਾਈਆਂ ਜਿਹੜੀਆਂ ਇੱਥੇ ਨੇ ਸਾਰੀਆਂ ਇੱਥੇ ਮੌਜੂਦ ਹੈਗੀਆਂ ਨੇ ਔਰ ਕਾਫੀ ਸਸਤੇ ਰੇਟ ਤੇ ਇਹ ਸਾਰੀਆਂ ਦਵਾਈਆਂ ਜਿਹੜੀਆਂ ਕਿ ਹੈ ਤੁਹਾਨੂੰ ਇੱਥੇ ਮਿਲਣਗੀਆਂ। ਲੂਪਿਨ ਕੰਪਨੀ ਦੀ ਜਿਹੜੀ ਦਵਾਈ ਹੈ ਇੱਥੇ ਸਾਰੀਆਂ ਉਹ ਪਈਆਂ ਹੋਈਆਂ ਨੇ। एक मिनट पा जाने एक मिनट निकलने तो पा जाइए। कुर्सी भैया अरे कुर्सी लोगे की कर थोड़ी कुर्सी हट जाओ यार, हट जाओ, रुक जाओ ना फिर तो कवरिंग कर रहा है यार, लाइव चल रहा है, देख तो ऊपर चढ़ देगा कवरिंग करने फोटो खिंचाने दी पई है सारे छोटे छोटे पतली। वाहिगुरू जी का खालसा, वाहिगुरू जी की फतेह। ये वीडियो मैं खास तौर पर हिंदी में डाल रहा हूँ ताकि आपको पता चल सके कि हमारा एक दवाखाना शुरू हुआ है। इस दवाखाने की खूबी ये है, ये जो आप दवाखाना देख रहे हैं इसकी खूबी ये है कि इसमें जो दवाइयाँ आप देख रहे हैं ये सारी दवाइयाँ दिल्ली में नहीं बल्कि देश में सबसे सस्ती दवाइयाँ हैं। देश में सबसे सस्ती दवाइयाँ जो यहाँ पे हैं ये गुरुद्वारा बंगला साहब के अंदर दवाखाना है। आपको कोई कैंसर की दवाई चाहिए, कोई बीपी की दवाई चाहिए, कोई हार्ट की दवाई चाहिए, जेनरिक चाहिए, पेटेंट चाहिए, जिस तरह की भी आपको दवाई चाहिए होगी ये यहाँ सबसे सस्ती आपको दवाई मिलेगी। इसकी कारण क्या है, क्योंकि इसमें कोई भी परसेंटेज या कमीशन की बात नहीं। जिस रेट पे कंपनी दवाई दे रही है, जिस रेट पे कंपनी दवाई बना रही है, उसी रेट पे गुरुद्वारा बंगला साहब में से आपको ये दवाई मिल रही है।
मैं चाहता हूं कि आप इस वीडियो को शेयर करें, लोगों को बताएं ज़्यादा से ज़्यादा, ताकि लोग गुरुद्वारा बंगला साहब में इस दवाखाने का लाभ उठा सकें। ये दवाखाना गुरुद्वारा बंगला साहब में स्थित है। हमारे बहुत सारे परिवार अभी से पहुंचने भी शुरू हो गए हैं, लंबी लाइनें भी लगनी शुरू हो गई हैं और हर तरह की दवाई यहाँ पे उपलब्ध कराई जाएगी और सबसे सस्ती। मैं आपको मसलन एक दवाई बताना चाहता हूँ। मैं अभी देख रहा था, ये एक दवाई है, इसकी MRP आप अगर देखेंगे तो इसकी MRP 118 रुपये है और यही दवाई 15 रुपये की, मात्र 15 रुपये की है। इस तरह की एक नहीं अनेक दवाइयाँ हैं जिनकी MRP बहुत ज़्यादा है, लेकिन जब आप बाज़ार में वो दवाई देखेंगे तो वो दवाई आपको उसी रेट पे मिलती है, लेकिन यहाँ पे आप जब लेंगे तो आपको उसी रेट पर मिलेगी जिस रेट पे कंपनी ने उस दवाई को बनाया है। सो मैं आपसे आग्रह करता हूँ, इस वीडियो को शेयर करें, जरूरतमंद लोगों तक पहुँचे। गुरुद्वारा बंगला साहब में ये दवाखाना जो है, बाला प्रीतम दवाखाना गुरुद्वारा बंगला साहब में। दोस्तों, जल्दी ही हम आप तक पूरी दिल्ली के अंदर ऐसे दवा करना चाहता हूँ कि जो लोग हमें ये दवाइयाँ और सस्ती उपलब्ध करा सकते हैं। कोई कंपनी हमें सीधी दवाई दे सकती है, जो भी हमारा इसमें साथ दे सकता है वो हमारा साथ दे, ज़्यादा से ज़्यादा हमारा लोग साथ दें, ताकि दिल्ली के नहीं देश के अंदर एक सबसे बड़ा इनिशिएटिव हम इसको तैयार कर सकें। आप सबका बहुत बहुत धन्यवाद, बहुत बहुत धन्यवाद। ਗੁਰਪਿਆਰਿਓ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਮੇਸ਼ਾ ਲੋਕ ਹਿੱਤਾਂ ਵਾਸਤੇ, ਲੋਕ ਭਲਾਈ ਵਾਸਤੇ ਕਾਰਜ ਕਰੀਏ ਤੇ ਜੋ ਵੀ ਕੰਮ ਅਸੀਂ ਬਾਬੇ ਨਾਨਕ ਦਾ ਨਾਮ ਲੈ ਕੇ ਸ਼ੁਰੂ ਕਰਦੇ ਹਾਂ ਉਸ ਦੇ ਵਿੱਚ ਤਾਂ ਸਾਨੂੰ ਕਦੇ ਕਮੀ ਆਣ ਹੀ ਨਹੀਂ ਦੇਣੀ ਚਾਹੀਦੀ, ਕਿਉਂਕਿ ਬਾਬਾ ਨਾਨਕ ਆਪ ਅਗਰ ਸਾਡੀ ਨੀਅਤ ਚੰਗੀ ਹੈ ਤਾਂ ਅੰਗ ਸੰਗ ਸਹਾਈ ਹੋ ਕੇ ਉਸ ਕਾਰਜ ਨੂੰ ਅੱਗੇ ਤੋਰਦਾ ਹੀ ਰਹਿੰਦਾ ਹੈ, ਕਿਉਂਕਿ ਗੁਰੂ ਰਾਮਦਾਸ ਦੇ ਘਰ ਵਾਂਗੂ ਹੀ ਬਾਬੇ ਨਾਨਕ ਦਾ ਨਾਮ ਹੈ। ਜਾਂ ਕਹਿ ਸਕਦੇ ਹਾਂ ਕਿ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ, ਜਿੱਥੇ ਵੀ ਇਹ ਜੁੜ ਜਾਂਦਾ ਹੈ ਉੱਥੇ ਸਿਰਫ ਤੇ ਸਿਰਫ ਬਰਕਤ ਹੀ ਆਉਂਦੀ ਹੈ। ਪਰ ਹਾਂ, ਜੇ ਸਾਡੀ ਨੀਅਤ ਵਿੱਚ ਖੋਟ ਹੈ ਤਾਂ ਫਿਰ ਇਹ ਬਰਕਤ ਆਪਣੇ ਆਪ ਉਸ ਦਾਇਰੇ ਵਿੱਚ ਸਿਮਟ ਜਾਂਦੀ ਹੈ ਜੋ ਤੁਹਾਡੀ ਗੰਦੀ ਨੀਅਤ ਨੂੰ ਦਰਸਾ ਰਿਹਾ ਹੁੰਦਾ ਹੈ। ਬਹੁਤ ਜਲਦ ਇਹ ਦੁਨੀਆ ਦੇ ਸਾਹਮਣੇ ਵੀ ਜਗ ਜ਼ਾਹਿਰ ਹੋ ਜਾਂਦਾ ਹੈ ਕਿ ਤੁਸੀਂ ਕਿੱਦਾਂ ਢੋਂਗ ਅਡੰਬਰ ਕਰਕੇ ਰੱਬ ਦਾ ਨਾਮ ਲੈ ਕੇ ਲੋਕਾਂ ਨੂੰ ਧੋਖਾ ਦੇ ਰਹੇ ਸੋ। ਇਸ ਲਈ ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਜੋ ਵੀ ਸਮਾਜ ਸੇਵੀ ਰੱਬ ਦਾ ਨਾਮ ਲੈ ਕੇ ਸਮਾਜ ਸੇਵਾ ਸ਼ੁਰੂ ਕਰਦੇ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਗਤ ਪੂਰਨ ਸਿੰਘ ਨੇ ਬਿਨਾਂ ਕਿਸੇ ਨਿੱਜ ਤੋਂ ਇਹ ਸੇਵਾ ਕੀਤੀ ਸੀ ਤੇ ਜੇਕਰ ਤੁਸੀਂ ਸੇਵਾ ਦਾ ਰਾਹ ਅਪਣਾਇਆ ਹੈ ਤਾਂ ਤੁਸੀਂ ਵੀ ਬਿਲਕੁਲ ਨਿਸਵਾਰਥ ਹੋਣੇ ਚਾਹੀਦੇ ਹੋ। ਅਗਰ ਨਿਸਵਾਰਥ ਹੋ ਕੇ ਸੇਵਾ ਕਰੋਗੇ ਤਾਂ ਹਰ ਕੋਈ ਵੱਧ ਚੜ੍ਹ ਕੇ ਤੁਹਾਡਾ ਸਾਥ ਦੇਵੇਗਾ, ਪਰ ਜੇਕਰ ਤੁਸੀਂ ਸੰਗਤ ਨੂੰ ਕਿਸੇ ਚੀਜ਼ ਦਾ ਹਿਸਾਬ ਹੀ ਨਹੀਂ ਦਿਓਗੇ, ਇੱਕ ਵੀਡੀਓ ਪਾ ਕੇ 10-10 ਲੋਕਾਂ ਤੋਂ ਪੈਸਾ ਇਕੱਠਾ ਕਰੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਆਪ ਆਪਣੀ ਮਿੱਟੀ ਪਲੀਤ ਕਰੋਗੇ। ਅੱਜ ਨਹੀਂ ਤਾਂ ਕੱਲ੍ਹ ਇੱਕ ਪੈਸੇ ਦਾ ਤੁਹਾਨੂੰ ਹਿਸਾਬ ਦੇਣਾ ਹੀ ਹੋਵੇਗਾ, ਜਿੱਦਾਂ ਅੱਜ ਗੋਲਡੀ ਪੀਪੀ ਅਤੇ ਮੁਨੀਤ ਦੇ ਨਾਲ ਹੋ ਰਿਹਾ ਹੈ, ਮਨਦੀਪ ਸਿੰਘ ਇਟਲੀ ਦੇ ਨਾਲ ਹੋ ਰਿਹਾ ਹੈ ਤੇ ਹੋਰ ਪਤਾ ਨਹੀਂ ਕਿੰਨੇ ਹੀ ਵੱਡੇ ਮਗਰਮੱਛ ਅਜਿਹੇ ਨੇ ਜਿਨ੍ਹਾਂ ਦੇ ਚਿਹਰੇ ਤੋਂ ਨਕਾਬ ਉੱਠਣਾ ਜੀ ਬਾਕੀ ਹੈ। ਦਿੱਲੀ ਦੇ ਵਿੱਚ ਜੋ ਦਵਾਖਾਨਾ ਸ਼ੁਰੂ ਹੋਇਆ ਹੈ, ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਇਸ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ ਅਤੇ ਗਰੀਬ ਗੁਰਬਿਆਂ ਨੂੰ ਇਸੇ ਤਰ੍ਹਾਂ ਇਹ ਸੇਵਾ ਬਾਦਸਤੂਰ ਮਿਲਦੀ ਰਹੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।